गुड मॉर्निंग स्टूडेंट बेटा जी ਅੱਜ ਅਸੀਂ ਕਰਾਂਗੇ ਚੈਪਟਰ 4 ਸਰਵਿਸਿਜ਼ ਸੈਕਟਰ ਐਂਡ ਕਮਿਊਨੀਕੇਸ਼ਨ ਬੇਟਾ ਇਹਦੇ ਵਿੱਚ ਟੌਪਿਕ ਲਿਆ ਹੈ ਟਾਈਪ ਆਫ ਫਾਈਨੈਂਸ਼ੀਅਲ ਸਰਵਿਸਿਜ਼ ਇਸ ਤਰ੍ਹਾਂ ਬੇਟਾ ਤੁਸੀਂ ਜਾਣਦੇ ਹੋ ਕਿ ਜਦੋਂ ਵੀ ਕੋਈ ਆਪਣਾ ਬਿਜ਼ਨਸ ਖੋਲਦਾ ਹੈ ਉਹਨੂੰ ਬਹੁਤ ਜ਼ਿਆਦਾ ਪੈਸੇ ਦੀ ਨੀਡ ਹੁੰਦੀ ਹੈ। ਪਹਿਲੇ ਸਮੇਂ ਦੇ ਵਿੱਚ ਕੀ ਕਰਦੇ ਸੀ ਲੋਕੀ ਇੱਕ ਦੂਜੇ ਕੋਲ ਹੈਲਪ ਲੈ ਲੈਂਦੇ ਸੀ ਤੇ ਆਪਣਾ ਬਿਜ਼ਨਸ ਸਟਾਰਟ ਕਰਦੇ ਸੀ, ਜਾਂ ਫਿਰ ਉਹ ਬੈਂਕ ਦੇ ਵਿੱਚੋਂ ਤੇ ਜਾਂ ਫਿਰ ਇੰਸ਼ੋਰੈਂਸ ਕੰਪਨੀਆਂ ਤੋਂ ਪੈਸਾ ਲੈਂਦੇ ਸੀ ਤੇ ਫਿਰ ਆਪਣਾ ਬਿਜ਼ਨਸ ਖੋਲਦੇ ਸੀ। ਇਸੇ ਤਰ੍ਹਾਂ ਹੀ ਅੱਜ ਇਸ ਵਿੱਚ ਡਿਸਕਸ ਕਰਾਂਗੇ। ਕਹਿੰਦੇ ਨੇ ਕਿ ਐਸ ਟ੍ਰੈਡੀਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਇਨਕਲੂਡਿੰਗ ਬੈਂਕਿੰਗ ਐਂਡ ਇੰਸ਼ੋਰੈਂਸ ਸਰਵਿਸ ਆਮ ਤੌਰ ਤੇ ਵੇਖਿਆ ਜਾਵੇ ਕਿ ਸਾਨੂੰ ਬਿਜ਼ਨਸ ਖੋਲਣ ਦੇ ਵਾਸਤੇ ਹੈਲਪਫੁਲ ਪਹਿਲਾਂ ਕੀ ਚੀਜ਼ ਸੀ, ਬੈਂਕਿੰਗ ਵਾਸਤੇ ਜਾਂ ਬੈਂਕਿੰਗ ਕੋਲ ਜਾਂਦੇ ਸੀ ਜਾਂ ਅਸੀਂ ਇੰਸ਼ੋਰੈਂਸ ਕੰਪਨੀਆਂ ਕੋਲ ਜਾਂਦੇ ਸੀ ਕਿ ਅਸੀਂ ਬਿਜ਼ਨਸ ਖੋਲ੍ਹਾਂ ਤੇ ਸਾਨੂੰ ਪੈਸੇ ਪ੍ਰੋਵਾਈਡ ਕੀਤੇ ਜਾਣ। But nowadays, the scope of financial services has become very wide। ਪਰ ਅੱਜ ਕੱਲ ਕੀ ਹੈ ਕਿ ਜਿਹੜਾ ਫਾਈਨੈਂਸ਼ੀਅਲ ਸਰਵਿਸ ਦਾ ਸਕੋਪ ਬਹੁਤ ਹੀ ਵੱਡਾ ਹੋ ਗਿਆ ਹੈ, ਬਹੁਤ ਵਿਸ਼ਾਲ ਹੋ ਗਿਆ ਹੈ, which include merchant banking, leasing, factoring, mutual fund and venture capital etc। ਤੇ ਇਹਦੇ ਵਿੱਚ ਕੀ ਹੋ ਸਕਦਾ ਹੈ ਕਿ ਇੱਕ ਮਰਚੈਂਟ ਬੈਂਕ ਹੁੰਦਾ ਵਾ, ਠੀਕ ਹੈ, ਲੀਜ਼ਿੰਗ, ਫੈਕਟਰਿੰਗ, ਮਿਊਚੁਅਲ ਫੰਡ ਔਰ ਵੈਂਚਰ ਕੈਪੀਟਲ, ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਹੈਲਪ ਲੈ ਸਕਦੇ ਹਾਂ ਆਪਣਾ ਕਾਰੋਬਾਰ ਖੋਲ੍ਹਣ ਦੇ ਵਿੱਚ। ਵਿਚ ਆਰ ਡਿਸਕ੍ਰਾਈਬ ਐਜ਼ ਫੋਲੋ, ਜਿਨ੍ਹਾਂ ਦਾ ਵਰਣਨ ਅਸੀਂ ਇਸ ਤਰ੍ਹਾਂ ਕਰਾਂਗੇ। ਸਭ ਤੋਂ ਪਹਿਲਾਂ ਹੀ ਮਰਚੈਂਟ ਬੈਂਕ ਪੜਾਂਗੇ ਕਿ ਮਰਚੈਂਟ ਬੈਂਕ ਕੀ ਕਰਦਾ ਸਾਡੇ ਵਾਸਤੇ। ਬੇਟਾ ਇਹ ਉਹ ਬੈਂਕ ਹੈ ਕਿ ਜਿਹੜਾ ਜਦੋਂ ਕੋਈ ਵੀ ਅਸੀਂ ਬਿਜ਼ਨਸ ਖੋਲਾਂਗੇ ਤੇ ਸਾਨੂੰ ਹੈਲਪਫੁਲ ਹੁੰਦਾ, ਮਤਲਬ ਪੈਸੇ ਦੇਣ ਵਾਸਤੇ, ਕਿਉਂਕਿ ਅੱਜ ਕੱਲ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਹਰ ਰੀਜਨ ਦੇ ਵਿੱਚ, ਹਰ ਸੁਸਾਇਟੀ ਵਿੱਚ ਖੁੱਲ ਰਹੀਆਂ ਤੇ ਜਿਹਦੇ ਕਰਕੇ ਹਰ ਇੱਕ ਬੰਦਾ ਜਿਹੜਾ ਬਿਜ਼ਨਸ ਖੋਲਦਾ ਉਹ ਆਪਣੇ ਕੋਲ ਤਾਂ ਇੰਨੇ ਐਸਟ ਲਗਾ ਨਹੀਂ ਸਕਦਾ ਤੇ ਉਹਨੂੰ ਕੁਝ ਐਕਸਟਰਨਲ ਏਜੰਸੀਆਂ ਦੀ ਹੈਲਪ ਲੈਣੀ ਪੈਂਦੀ ਹੈ। ਉਸੇ ਜਿਹੜੀ ਐਕਸਟਰਨਲ ਏਜੰਸੀ ਹੈ ਉਹਦੇ ਵਿੱਚ ਹੀ ਹੈਗਾ ਇੱਕ ਮਰਚੈਂਟ ਬੈਂਕ, ਜਿਹਨੂੰ ਅਸੀਂ ਪੜਾਂਗੇ। Nowadays, very big industries are being opened in every region, every society and asset are required to open this industry। ਹੁਣ ਕਹਿੰਦੇ ਨੇ ਕਿ ਅੱਜ ਕੱਲ ਕੀ ਹੋ ਰਿਹਾ ਕਿ ਬਹੁਤ ਸਾਰੀਆਂ ਇੰਡਸਟਰੀਆਂ ਹਰ ਖੇਤਰ ਵਿੱਚ, ਹਰ ਸੁਸਾਇਟੀ ਵਿੱਚ ਖੋਲੀਆਂ ਜਾ ਰਹੀਆਂ ਨੇ ਤੇ ਇਹਨਾਂ ਸੁਸਾਇਟੀ ਵਿੱਚ ਇੰਡਸਟਰੀ ਨੂੰ ਖੋਲਣ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਐਸੈਟ ਦੀ ਲੋੜ ਹੁੰਦੀ ਹੈ। ਬਿਕੋਜ਼ ਨੋ ਬਿਜ਼ਨਸਮੈਨ ਕੈਨ ਗਟ ਆਲ ਦਾ ਐਸੈਟ ਫਰੋਮ ਹਿਜ ਬਿਜ਼ਨਸ, ਕਿਉਂਕਿ ਹਰ ਜਿਹੜਾ ਕੋਈ ਬਿਜ਼ਨਸਮੈਨ ਆਪਣਾ ਬਿਜ਼ਨਸ ਖੋਲੇਗਾ ਉਹ ਸਾਰੀ ਐਸੈਟ ਆਪਣੇ ਕੋਲ ਨਹੀਂ ਲਗਾ ਸਕਦਾ, ਠੀਕ ਹੈ। ਸੋ ਹੀ ਹੈਜ਼ ਟੇਕ ਹੈਲਪ ਫਰੋਮ ਐਕਸਟਰਨਲ ਏਜੰਸੀ, ਤੇ ਫਿਰ ਉਹ ਕੀ ਕਰਦਾ, ਕੁਝ ਐਕਸਟਰਨਲ, ਕੁਝ ਬਾਹਰੀ ਏਜੰਸੀਆਂ ਦੀ ਹੈਲਪ ਲੈਂਦਾ ਹੈ। Some of these special services are provided by merchant banking and the merchant bank take some amount as a fees in return for these services। ਹੁਣ ਜਿਹੜਾ ਮਰਚੈਂਟ ਬੈਂਕ ਹੈ ਉਹ ਸਾਨੂੰ ਆਪਣਾ ਬਿਜ਼ਨਸ ਖੋਲਣ ਵਾਸਤੇ ਜਿਹੜਾ ਹੈ ਅਮਾਉਂਟ ਪ੍ਰੋਵਾਈਡ ਕਰਦਾ ਹੈ, ਪਰ ਉਹ ਫ੍ਰੀ ਵਿੱਚ ਤਾਂ ਕੁਝ ਨਹੀਂ ਕਰੇਗਾ। ਇਸ ਅਮਾਉਂਟ ਦੇ ਬਦਲੇ ਜਿਹੜਾ ਮਰਚੈਂਟ ਬੈਂਕ ਹੈ ਉਹ ਕੀ ਕਰਦਾ ਕਿ ਸਾਡੇ ਕੋਲ ਫੀਸ ਲੈਂਦਾ ਹੈ, ਠੀਕ ਹੈ। ਸੋ we can say that merchant bank is a financial services that provides specialized service to large corporation, high net worth individual and industrial investment। ਸੋ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਰਚੈਂਟ ਬੈਂਕ ਹੈ ਇੱਕ ਇਹੋ ਜਿਹੀ ਫਾਈਨੈਂਸ਼ੀਅਲ ਸਰਵਿਸਿਜ਼ ਹੈ ਜੋ ਕਿ ਲਾਰਜ ਕਾਰਪੋਰੇਸ਼ਨ, ਹਾਈ ਨੈਟਵਰਥ ਇੰਡੀਵਿਜੂਅਲ ਤੇ ਇੰਸਟੀਟਿਊਸ਼ਨਲ ਇਨਵੈਸਟਮੈਂਟ ਨੂੰ ਕੁਝ ਸਪੈਸ਼ਲ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਠੀਕ ਹੈ ਬੇਟਾ। ਇਸੇ ਤਰ੍ਹਾਂ ਜਿਹੜਾ ਸਾਡਾ ਇੱਕ ਨੈਕਸਟ ਟੌਪਿਕ ਹੈ ਉਹ ਹੈਗਾ ਲੀਜ਼ਿੰਗ, ਜਿਹਨੂੰ ਅਸੀਂ ਪੜਾਂਗੇ। ਬੇਟਾ ਮੇਨ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ ਲੀਜ਼ਿੰਗ ਵਿੱਚ। ਲੀਜ਼ਿੰਗ ਤਾਂ ਜੇ ਅਸੀਂ ਸਿੰਪਲ ਭਾਸ਼ਾ ਵਿੱਚ ਕਹੀਏ ਕਿ ਕਿਸੇ ਮਤਲਬ ਬੰਦੇ ਨੂੰ, ਕਿਸੇ ਇਨਸਾਨ ਨੂੰ ਜਿਹੜਾ ਕਿ ਬਿਜ਼ਨਸਮੈਨ ਆ ਉਹਨੂੰ ਕਿਰਾਏ ਤੇ ਆਪਣੀ ਜਿਹੜੀ ਹੈ ਐਸੈਟ ਦੇਣਾ, ਠੀਕ ਹੈ, ਕਿਰਾਏ ਤੇ ਆਪਣੀ ਜਿਹੜੀ ਅਮਾਉਂਟ ਦੇਣਾ, ਠੀਕ ਹੈ, ਉਹ ਪੜਾਂਗੇ। ਲੀਜ਼ਿੰਗ in a simple term means an agreement according to which one party agree to rent property to another party। ਹੁਣ ਕਹਿੰਦੇ ਕਿ ਸਧਾਰਨ ਸ਼ਬਦਾਂ ਵਿੱਚ ਜਿਹੜਾ ਲੀਜ਼ਿੰਗ ਹੈ ਇਹਦਾ ਅਰਥ ਹੈ ਕਿ ਇੱਕ ਅਜਿਹਾ ਸਮਝੌਤਾ, ਐਗਰੀਮੈਂਟ, ਇੱਕ ਇਹੋ ਜਿਹਾ ਐਗਰੀਮੈਂਟ ਜਿਹਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਦੂਜੀ ਪਾਰਟੀ ਨੂੰ ਕਿਰਾਏ ਤੇ ਆਪਣੀ ਪ੍ਰਾਪਰਟੀ ਦੇਣ ਦਾ ਵਾਅਦਾ ਕਰਦੀ ਹੈ, ਠੀਕ ਹੈ, ਪ੍ਰਾਪਰਟੀ ਦਿੰਦੀ ਹੈ। There are two parties in leasing agreement। ਹੁਣ ਜਿਹੜਾ ਲੀਜ਼ਿੰਗ ਐਗਰੀਮੈਂਟ ਹੈ ਇਹਦੇ ਵਿੱਚ ਦੋ ਪਾਰਟੀਆਂ ਹੁੰਦੀਆਂ ਨੇ, ਠੀਕ ਹੈ। ਪਹਿਲਾ ਹੈਗਾ ਲੈਜ਼ਰ, ਠੀਕ ਹੈ, ਔਰ ਦੂਸਰਾ ਹੈਗਾ ਲੈਜ਼ੀ, ਠੀਕ ਹੈ। ਇੱਕ ਲੈਜ਼ਰ ਔਰ ਦੂਸਰਾ ਕੀ ਹੈ ਲੈਜ਼ੀ। ਇਹ ਦੋ ਪਾਰਟੀਆਂ। ਕਹਿੰਦੇ ਕਿ
in it the lessor is the owner of the asset। ਹੁਣ ਇਹਦੇ ਵਿੱਚ ਜਿਹੜੇ ਦੋ ਪਾਰਟੀਆਂ ਜਿਹੜਾ ਸਮਝੌਤਾ ਹੋਇਆ ਉਹਦੇ ਵਿੱਚ ਜਿਹੜਾ ਲੈਜ਼ਰ ਆ ਉਹ ਸੰਪत्ति ਦਾ ਮਤਲਬ ਐਸੈਟ ਦਾ ਓਨਰ ਹੈ, ਮਾਲਕ ਹੈ, ਠੀਕ ਹੈ। ਐਂਡ ਦਾ ਲੈਜ਼ੀ ਇਜ਼ ਦਾ ਯੂਜ਼ਰ ਆਫ ਦਾ ਐਸੈਟ। ਹੁਣ ਜਿਹੜਾ ਲੈਜ਼ੀ ਹੈ ਉਹ ਕੀ ਹੈ, ਯੂਜ਼ਰ, ਵਰਤੋਂ, ਜਿਹਨੂੰ ਕਿ ਕਿਰਾਏ ਤੇ ਦਿੱਤਾ ਗਿਆ ਆਪਣੀ ਐਸੈਟ, ਠੀਕ ਹੈ। ਫਿਰ ਕੀ ਕਰਦਾ ਹੈ, ਬਿਫੋਰ ਗਿਵਿੰਗ ਦਾ ਐਸੈਟ, ਜਦੋਂ ਜਿਹੜਾ ਲੈਜ਼ਰ ਹੈ ਉਹ ਲੈਜ਼ੀ ਨੂੰ ਐਸੈਟ ਦਿੰਦਾ, ਆਪਣੀ ਅਮਾਉਂਟ ਦਿੰਦਾ, ਕੀ ਕਰਦਾ, will be used at certain time at a certain regular interval to pay installment। ਫਿਰ ਜਦੋਂ ਕੋਈ ਇਹ ਸਮਝੌਤਾ ਹੁੰਦਾ ਹੈ ਕਿ ਜਿਹੜੀ ਮੈਂ ਤੈਨੂੰ ਅਮਾਉਂਟ ਦੇ ਰਿਹਾ ਵਾਂ ਤੇ ਉਹ ਜਿਹੜੇ ਸਾਡੀ ਅਮਾਉਂਟ ਹੈ ਉਹਨੂੰ ਤੂੰ ਨਿਸ਼ਚਿਤ ਸਮੇਂ ਤੇ ਦੇਂਗਾ, ਰੈਗੂਲਰ ਦੇਂਗਾ। ਇਹ ਸਾਰੀਆਂ ਜਿਹੜੀ ਕਿਸ਼ਤਾਂ ਵਿੱਚ ਤੁਸੀਂ ਆ ਜਿਹੜੀ ਅਮਾਉਂਟ ਮੈਂ ਦੇ ਰਿਹਾ ਇਹ ਤੁਸੀਂ ਸਾਨੂੰ ਵਾਪਸ ਕਰੋਗੇ, ਠੀਕ ਹੈ। all the amount received as rent is considered as the lessor profit, ठीक है, on the completion of the lease period the owner has the right this property from the user, ठीक है। ਐਜ਼ ਏ ਰੈਂਟ ਜਿਹੜੀ ਉਹਨੂੰ ਮਿਲੇਗੀ ਅਮਾਉਂਟ ਮਿਲੇਗੀ ਉਹਦਾ ਪ੍ਰੋਫਿਟ ਹੋਏਗਾ, ਠੀਕ ਹੈ। ਜਿਹਦੇ ਵਿੱਚ ਅਸੀਂ ਪੜਾਂਗੇ ਇਨ ਦਿਸ ਵੇ we can say that leasing is a form in which no capital is invested to buy the asset, and with this the user become able to use the asset and both party benefit from leasing। ਕਹਿੰਦੇ ਕਿ ਇਸ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਜਿਹੜੀ ਇਹ ਹੈਗੀ ਲੀਜ਼ਿੰਗ ਇੱਕ ਇਹੋ ਜਿਹੀ ਫਰਮ ਹੈ ਜਿਸ ਵਿੱਚ ਐਸੈਟ ਖਰੀਦਣ ਲਈ ਕਿਸੇ ਵੀ ਤਰ੍ਹਾਂ ਦੀ ਕੈਪੀਟਲ ਦੀ ਇਨਵੈਸਟਮੈਂਟ ਦੀ ਲੋੜ ਨਹੀਂ ਹੁੰਦੀ। ਤੇ ਨਾਲ ਜਿਹੜਾ ਹੈਗਾ ਯੂਜ਼ਰ ਉਹ ਐਸੈਟ ਨੂੰ ਯੂਜ਼ ਕਰਨ ਦੇ ਯੋਗ ਬਣ ਜਾਂਦਾ ਹੈ ਤੇ ਲੀਜ਼ਿੰਗ ਦਾ ਜਿਹੜਾ ਦੋਨਾਂ ਪਾਰਟੀਆਂ ਨੂੰ ਪ੍ਰੋਫਿਟ ਹੁੰਦਾ ਹੈ, ਠੀਕ ਹੈ ਬੇਟਾ। ਇਹ ਹੋ ਗਿਆ ਸਾਡਾ ਲੀਜ਼ਿੰਗ। ਹੁਣ ਸਾਡਾ ਹੈਗਾ ਥਰਡ ਪੁਆਇੰਟ ਜਿਹਨੂੰ ਅਸੀਂ ਕਹਾਂਗੇ ਫੈਕਟਰਿੰਗ। ਫੈਕਟਰਿੰਗ ਦੇ ਵਿੱਚ ਕੀ ਮੇਨ ਹੈਗਾ ਕਿ ਇਹਦੇ ਵਿੱਚ 3 ਪਰਸਨ ਹੈ, ਇੱਕ ਬਾਇਰ, ਇੱਕ ਸੇਲਰ ਔਰ ਇੱਕ ਫੈਕਟਰ, ਜਿਹਦੇ ਵਿੱਚ ਕਾਫੀ ਜ਼ਿਆਦਾ ਸਮਝੌਤੇ ਹੁੰਦੇ ਨੇ ਅਮਾਉਂਟ ਦੇਣ ਤੋਂ ਪਹਿਲਾਂ, ਜਿਹਨੂੰ ਅਸੀਂ ਡਿਟੇਲ ਵਿੱਚ ਇਸ ਤਰ੍ਹਾਂ ਪੜਾਂਗੇ। ਕਹਿੰਦੇ ਕਿ ਫੈਕਟਰਿੰਗ ਇਜ਼ ਅ ਮੈਥਡ ਇਨ ਵਿਚ ਇਹ ਫੈਕਟਰ ਰੈਂਡਰ ਏ ਸਰਵਿਸ। ਜਿਹੜਾ ਫੈਕਟਰਿੰਗ ਹੈ ਇਹ ਇੱਕ ਅਜਿਹੀ ਫਾਈਨੈਂਸ਼ੀਅਲ ਮੈਥਡ ਹੈ ਜਿਸ ਵਿੱਚ ਫੈਕਟਰ ਸਰਵਿਸ ਪ੍ਰੋਵਾਈਡ ਕਰਦਾ। ਕੌਣ ਕਰਦਾ? ਫੈਕਟਰ। ਫਿਰ ਉਹਨਾਂ ਨੇ ਕਿਹਾ there are 3 people involved in this। ਹੁਣ ਇਹ ਜਿਹੜਾ ਸਾਰਾ ਪ੍ਰੋਸੀਜਰ ਹੈ ਇਹਦੇ ਵਿੱਚ 3 ਪਰਸਨ ਇਨਵੋਲਵ ਹੁੰਦੇ ਨੇ, ਇੱਕ ਕਿਹੜਾ? ਬਾਇਰ, ਇੱਕ ਸੈਲਰ ਔਰ ਇੱਕ ਫੈਕਟਰ। ਕਿਹੜਾ ਕਿਹੜਾ? ਇੱਕ ਬਾਇਰ ਹੁੰਦਾ ਹੈ, ਇੱਕ ਸੈਲਰ ਹੁੰਦਾ ਹੈ ਤੇ ਇੱਕ ਫੈਕਟਰ ਹੁੰਦਾ ਹੈ। ਹੁਣ ਅਸੀਂ ਪੜਾਂਗੇ ਕਿ ਇਹਨਾਂ ਦੇ ਫੰਕਸ਼ਨ ਕੀ ਹੈ, ਕਿਸ ਤਰ੍ਹਾਂ ਇਹ ਜਿਹੜੀ ਆਪਣੀ ਐਸੈਟ ਨੂੰ ਯੂਜ਼ ਕਰਦੇ ਨੇ, ਜਾਂ ਕਿਹੜੇ ਕਿਹੜੇ ਇਹਨਾਂ ਨੇ ਆਪਣੇ ਐਗਰੀਮੈਂਟ ਕੀਤੇ ਹੁੰਦੇ ਨੇ, ਜਾਂ ਮਤਲਬ ਇਹ ਕਿਸ ਤਰ੍ਹਾਂ ਸਾਰੀ ਚੀਜ਼ਾਂ ਨੂੰ ਹੈਂਡਲ ਕਰਦੇ ਨੇ। ਉਹਨਾਂ ਕਿਹਾ ਕਿ ਇਨ ਦਿਸ ਮੈਥਡ ਦਾ ਫੈਕਟਰ ਡਜ਼ ਨੋਟ ਹੈਵ ਐਨੀ ਕਾਈਂਡ ਆਫ ਰਿਸਕ। ਹੁਣ ਇਹ ਸਾਰੇ ਪ੍ਰੋਸੀਜਰ ਵਿੱਚ ਜਿਹੜਾ ਫੈਕਟਰ ਹੈ ਨਾ ਉਹਨੂੰ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਹੁੰਦਾ, ਕਿਸੇ ਵੀ ਕਿਸਮ ਦਾ ਰਿਸਕ ਨਹੀਂ ਹੁੰਦਾ, ਠੀਕ ਹੈ। ਇਫ ਦਾ ਬਾਇਰ ਰਿਫਿਊਜ਼ ਟੂ ਪੇ ਦਾ ਫੈਕਟਰ ਫॉर ਐਨੀ ਰੀਜ਼ਨ ਦੈਨ ਦਾ ਸੇਲਰ ਜਿਹੜਾ ਕਲਾਇੰਟ ਹੈ ਕਵਰ ਦਿਸ ਲੋਸ। ਕਹਿੰਦਾ ਕਿ ਜੇਕਰ ਬਾਇਰ ਕਿਸੇ ਵੀ ਕਾਰਨ ਕਰਕੇ ਫੈਕਟਰ ਨੂੰ ਪੇ ਨਹੀਂ ਕਰਦਾ, ਜਿਹੜੀ ਅਮਾਉਂਟ ਉਹਨੇ ਲਈ ਹੈ ਉਹ ਪੇ ਨਹੀਂ ਕਰਦਾ, ਤਾਂ ਸੈਲਰ ਇਸ ਨੁਕਸਾਨ ਨੂੰ ਕਵਰ ਕਰਦਾ ਹੈ, ਠੀਕ ਹੈ। ਸੈਲਰ ਕੀ ਕਰਦਾ? ਇਸ ਲੋਸ ਨੂੰ ਕੀ ਕਰਦਾ? ਕਵਰ ਕਰਦਾ ਹੈ। ਸੱਚ ਇਹ ਲੋਸ ਇਜ਼ ਕਾਲਡ ਰੀਕੋਰਸ ਫੈਕਟਰਿੰਗ। ਤੇ ਜਿਹੜਾ ਇਹ ਲੋਸ ਹੁੰਦਾ ਉਹਨੂੰ ਕੀ ਕਹਿੰਦੇ ਨੇ? ਰੀਕੋਰਸ ਫੈਕਟਰਿੰਗ, ਠੀਕ ਹੈ ਬੇਟਾ। ਔਨ ਦਾ ਅਦਰ ਹੈਂਡ ਨੋਨ ਕੋਰਸ is a method by which the factor gives some asset to the factor। ਹੁਣ ਨੋਨ ਕੋਰਸ ਫੈਕਟਰ ਇੱਕ ਅਜਿਹਾ ਮੈਥਡ ਹੈ ਜਿਸ ਵਿੱਚ ਫੈਕਟਰ ਕੁਝ ਐਸੈਟ ਸੈਲਰ ਨੂੰ ਦਿੰਦਾ ਹੈ, ਠੀਕ ਹੈ। ਕੀ ਕਰਦਾ ਹੈ ਕਿ ਜਿਹੜਾ ਫੈਕਟਰ ਹੈ ਉਹ ਕੁਝ ਆਪਣੀ ਰਕਮ, ਕੁਝ ਅਮਾਉਂਟ ਕਿਹਨੂੰ ਦਿੰਦਾ? ਸੈਲਰ ਨੂੰ ਦਿੰਦਾ ਹੈ, ਠੀਕ ਹੈ। ਬਟ ਹੀ ਆਲਸੋ assured that the seller that if the buyer does not pay the amount factor given by the seller for any reason the risk is also borne by the factor himself। ਹੁਣ ਕੀ ਕਹਿੰਦਾ ਹੈ ਕਿ ਜਿਹੜਾ ਜਦੋਂ ਅਮਾਉਂਟ ਦਿੰਦਾ ਕੌਣ? ਇਹ ਜਿਹੜਾ ਮੈਥਡ ਹੈ ਨੋਨ ਕੋਰਸ
ਇਹਦੇ ਵਿੱਚ ਜਦੋਂ ਫੈਕਟਰ ਜਿਹੜਾ ਐਸਿਡ ਦਿੰਦਾ ਸੇਲਰ ਨੂੰ ਤੇ ਨਾਲ ਹੀ ਉਹ ਉਹਨੂੰ ਸੇਲਰ ਨੂੰ ਕੀ ਕਰਦਾ ਇੱਕ ਭਰੋਸਾ ਅਸ਼ੋਰ ਕਰਵਾ ਦਿੰਦਾ ਭਰੋਸਾ ਦਿਵਾਉਂਦਾ ਯਕੀਨ ਦਿਵਾਉਂਦਾ ਹੈ ਕਿ ਜੇਕਰ ਬਾਇਰ ਉਸ ਨੂੰ ਅਮਾਉਂਟ ਪੇ ਨਹੀਂ ਕਰਦਾ ਤੇ ਇਸ ਦਾ ਨੁਕਸਾਨ ਸੈਲਰ ਨੂੰ ਨਹੀਂ ਦੇਣਾ ਪਏਗਾ ਇਹ ਨੁਕਸਾਨ ਉਹ ਆਪਣੇ ਆਪ ਤੇ ਲੈ ਲਵੇਗਾ ਠੀਕ ਹੈ ਕੀ ਕਰੇਗਾ ਆਪਣੇ ਆਪ ਤੇ ਲੈ ਲੇਗਾ the seller will have nothing to do with this loss ਤੇ ਸੈਲਰ ਨੂੰ ਇਹਦੇ ਨਾਲ ਕੋਈ ਵੀ ਮਤਲਬ ਨਹੀਂ ਹੋਏਗਾ ਕੋਈ ਉਹਨੂੰ ਨੁਕਸਾਨ ਨਹੀਂ ਹੋਏਗਾ ਠੀਕ ਹੈ here a factor makes an agreement with the seller ਕਹਿੰਦੇ ਕਿ ਜਿਹੜਾ ਹੁਣ ਫੈਕਟਰ ਹੈ ਹੁਣ ਉਹਨੇ ਕੋਈ ਉਹ ਤੇ ਦਾਨ ਤੇ ਕਰਦਾ ਨਹੀਂ ਪਿਆ ਹੁਣ ਇੱਥੇ ਫੈਕਟਰ ਵੀ ਚਲਾਕ ਹੈ ਉਹਨੇ ਕੀ ਕੀਤਾ ਕਿ ਇੱਕ ਐਗਰੀਮੈਂਟ ਸਾਈਨ ਕਰਦਾ ਹੈ ਬਿਕੋਜ਼ ਹੀ ਹੈਜ਼ ਆਲਰੇਡੀ ਟੇਕਨ ਪ੍ਰੋਫਿਟ ਫਰੋਮ ਹਿਮ ਕਿਉਂਕਿ ਉਹ ਜਿਹੜਾ ਸਾਰਾ ਰਿਸਕ ਆਪਣੇ ਤੇ ਲੈ ਰਿਹਾ ਉਹਨੇ ਆਲਰੇਡੀ ਆਪਣਾ ਪ੍ਰੋਫਿਟ ਜਿਹੜਾ ਕੱਢ ਲਿਆ ਠੀਕ ਹੈ देयर आर SBI ਐਂਡ ਕਮਰਸ਼ੀਅਲ ਬੈਂਕ ਫॉर ਫੈਕਟਰਿੰਗ ਫੈਸਿਲਿਟੀ ਇਨ ਇੰਡੀਆ ਹੁਣ ਸਾਡੇ ਇੰਡੀਆ ਦੇ ਵਿੱਚ ਜਿਹੜਾ ਹੈ ਇਹ ਜਿਹੜੀਆਂ ਚੀਜ਼ਾਂ SBI ਤੇ ਕਮਰਸ਼ੀਅਲ ਬੈਂਕ ਪ੍ਰੋਵਾਈਡ ਕਰਦਾ ਹੈ ਬਿਜ਼ਨਸ ਖੋਲਣ ਵਾਸਤੇ ਠੀਕ ਹੈ ਬੇਟਾ ਹੁਣ ਸਾਡਾ ਆ ਜਾਂਦਾ ਹੈ 4th ਪੁਆਇੰਟ ਮਿਊਚੁਅਲ ਫੰਡ ਇਹਦਾ ਕੀ ਮਤਲਬ ਹੈ ਬੇਟਾ ਇਹਦਾ ਮਤਲਬ ਹੈ ਕਿ ਮਤਲਬ ਜਿਹੜੇ ਛੋਟੇ ਛੋਟੇ ਜਿਹੜੇ ਹੁੰਦੇ ਨੇ ਇਨਵੈਸਟਰ ਉਹਨਾਂ ਕੋਲ ਛੋਟੀ ਛੋਟੀ ਅਮਾਉਂਟ ਇਕੱਠੀ ਕਰਕੇ ਤੇ ਜਿਹੜਾ ਉਹਨਾਂ ਦੇ ਬਿਹਾਫ ਕਿਸੇ ਜਿਹੜਾ ਹੈਗਾ ਪ੍ਰੋਫੈਸ਼ਨਲ ਦੇ ਥਰੂ ਉਹਨਾਂ ਨੂੰ ਕੁਝ ਪ੍ਰੋਫਿਟ ਦੇਣਾ ਜਿਹਨੂੰ ਹੀ ਇਸ ਤਰ੍ਹਾਂ ਪੜਾਂਗੇ ਮਿਊਚੁਅਲ ਫੰਡ ਇਜ਼ ਅ ਫੰਡ that collect small amount from small investor and invest them through their behalf professionals ਜਿਹੜਾ ਮਿਊਚੁਅਲ ਫੰਡ ਹੈ ਨਾ ਬੇਟਾ ਉਹ ਇੱਕ ਅਜਿਹਾ ਫੰਡ ਹੈ ਜੋ ਛੋਟੇ ਛੋਟੇ ਇਨਵੈਸਟਰ ਮਤਲਬ ਜਿਹੜੇ ਛੋਟੇ ਛੋਟੇ ਇਨਵੈਸਟਰ ਹੈ ਉਹਨਾਂ ਕੋਲ ਛੋਟੀਆਂ ਛੋਟੀਆਂ ਅਮਾਉਂਟ ਇਕੱਠੀਆਂ ਕਰਦਾ ਹੈ ਠੀਕ ਹੈ ਤੇ ਉਹਨਾਂ ਦੇ ਬਿਹਾਫ ਕੀ ਕਰਦਾ ਹੈ ਇਹ ਕੁਝ ਪ੍ਰੋਫੈਸ਼ਨਲ ਦੇ ਥਰੂ ਉਹ ਅਮਾਉਂਟ ਨੂੰ ਇਨਵੈਸਟਮੈਂਟ ਕਰਦੇ ਨੇ ਤੇ ਉਹਨਾਂ ਨਾਲ ਪ੍ਰੋਫਿਟ ਹੁੰਦਾ ਹੈ so that they also get a return and the company also gets a profit ਕਿਉਂ ਕਰਦਾ ਜਿਹੜਾ ਮਿਊਚੁਅਲ ਫੰਡ ਹੈ ਕੰਪਨੀਜ਼ ਹੈ ਫੰਡ ਹੈ ਇਹ ਕਿਉਂ ਇਸ ਤਰ੍ਹਾਂ ਕਰਦਾ ਹੈ ਕਿਉਂਕਿ ਉਹਨਾਂ ਨੂੰ ਵੀ ਥੋੜਾ ਜਿਹੜਾ ਪ੍ਰੋਫਿਟ ਹੋਵੇ ਤੇ ਜਿਹੜਾ ਕੰਪਨੀ ਹੈ ਉਹਨਾਂ ਨੂੰ ਪ੍ਰੋਫਿਟ ਹੋਏ ਦੋਨਾਂ ਧਿਰਾਂ ਨੂੰ ਪ੍ਰੋਫਿਟ ਹੋਵੇ ਠੀਕ ਹੈ ਸੋ ਦਿਸ ਮੈਥਡ ਇਜ਼ ਕਾਲਡ ਮਿਊਚੁਅਲ ਫੰਡ ਜਿਹੜੇ ਮੈਥਡ ਨੂੰ ਅਸੀਂ ਕੀ ਕਹਿ ਸਕਦੇ ਆ ਮਿਊਚੁਅਲ ਫੰਡ देयर आर लार्ज नंबर ऑफ म्यूचुअल ਫੰਡ ਸਕੀਮਸ ਅਵੇਲੇਬਲ ਇਨ ਦਾ ਫਾਈਨੈਂਸ਼ੀਅਲ ਮਾਰਕੀਟ ਹੁਣ ਇੱਥੇ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਿਊਚੁਅਲ ਫੰਡ ਅਵੇਲੇਬਲ ਹੈਗੇ ਨੇ ਫਾਈਨੈਂਸ਼ੀਅਲ ਮਾਰਕੀਟ ਵਿੱਚ ਬਟ ਚੂਜ਼ਿੰਗ ਦਿਸ ਸਕੀਮ ਡਿਪੈਂਡ ਔਨ ਦਾ ਇਨਵੈਸਟਰ ਓਨਸ ਨੀਡ ਐਂਡ ਪ੍ਰੈਫਰੈਂਸ ਹੁਣ ਇਹ ਜਿਹੜੀ ਚੋਇਸ ਹੈ ਇਹ ਤੁਸੀਂ ਆਪ ਕਰੋਗੇ ਠੀਕ ਹੈ ਕਿ ਤੁਹਾਨੂੰ ਕਿਹੜੀ ਮਿਊਚੁਅਲ ਫੰਡ ਜਿਹੜੀ ਦੇ ਵਿੱਚ ਤੁਸੀਂ ਆਪਣਾ ਇਨਵੈਸਟ ਕਰਨਾ ਕਿਸੇ ਚੀਜ਼ ਨੂੰ ਇਹ ਤੁਹਾਡੀ ਆਪਣੀ ਚੋਇਸ ਤੇ ਆਪਣੀ ਪ੍ਰੈਫਰੈਂਸ ਹੈ ਠੀਕ ਹੈ ਬੇਟਾ ਫਿਰ ਹੁਣ ਕਹਿੰਦੇ ਨੇ ਕਿ SBI ਤੇ ਕੈਨਰਾ ਬੈਂਕ ਪ੍ਰਾਈਵੇਟ ਐਂਡ ਫੋਰਨ ਕੰਪਨੀਜ਼ ਹੈਵ ਸਟਾਰਟਡ ਮਿਊਚੁਅਲ ਫੰਡ ਇਨ ਇੰਡੀਆ ਦੇ ਵਿੱਚ ਵੀ SBI ਨੇ ਤੇ ਕੈਨਰਾ ਬੈਂਕ ਨੇ ਪ੍ਰਾਈਵੇਟ ਤੇ ਜਿਹੜੇ ਫੋਰਨ ਕੰਪਨੀਜ਼ ਨੇ ਉਹਨਾਂ ਨੇ ਵੀ ਮਿਊਚੁਅਲ ਫੰਡ ਦੀ ਸਕੀਮ ਇੱਥੇ ਇੰਡੀਆ ਵਿੱਚ ਖੋਲੀ ਹੋਈ ਹੈ ਠੀਕ ਹੈ ਹੁਣ ਸਾਡਾ ਜਿਹੜਾ 5th ਤੇ ਲਾਸਟ ਪੁਆਇੰਟ ਹੈ ਉਹ ਹੈਗਾ ਵੈਂਚਰ ਕੈਪੀਟਲ ਹੁਣ ਵੈਂਚਰ ਕੈਪੀਟਲ ਦਾ ਮਤਲਬ ਕੀ ਹੈ ਹੁਣ ਵੇਖੋ ਬੇਟਾ ਜਦੋਂ ਵੀ ਕੋਈ ਬਿਜ਼ਨਸ ਖੋਲਦਾ ਹੈ ਠੀਕ ਹੈ ਉਹਦੇ ਤੇ ਪੈਸਾ ਲਾਣਾ ਇੱਕ ਰਿਸਕੀ ਕੰਮ ਹੈ ਠੀਕ ਹੈ ਇੱਕ ਰਿਸਕੀ ਕੰਮ ਇਸ ਕਰਕੇ ਹੈ ਕਿਉਂਕਿ ਹੋ ਸਕਦਾ ਹੈ ਬਿਜ਼ਨਸ ਜਿਹੜਾ ਖੋਲਿਆ ਕਿਸੇ ਪਰਸਨ ਨੇ ਉਹ ਕਾਮਯਾਬ ਹੋਵੇ ਸਕਸੈਸਫੁਲ ਹੋਵੇ ਜਾਂ ਨਾ ਹੋਵੇ ਤੇ ਉਹਦੇ ਤੇ ਪੈਸਾ ਲੈਣਾ ਤੇ ਬਹੁਤ ਹੀ ਵੱਡਾ ਰਿਸਕੀ ਕੰਮ ਹੈ ਨਾ ਤੇ ਜਿਹੜਾ ਵੈਂਚਰ ਕੈਪੀਟਲ ਹੈ ਉਹ ਇਹੋ ਜਿਹੇ ਰਿਸਕੀ ਕੰਮ ਕਰਦਾ ਉਹ ਕਿਸ ਤਰ੍ਹਾਂ ਕਰਦਾ ਉਹ ਅਸੀਂ ਪੜ੍ਹਦੇ ਹਾਂ ਕਹਿੰਦੇ ਨੇ ਕਿ ਜਿਹੜਾ ਵੈਂਚਰ ਕੈਪੀਟਲਸ ਮੀਨ investing your money in a very high risk project ਜਿਹੜੇ ਵੈਂਚਰ ਕੈਪੀਟਲ ਦਾ ਅਰਥ ਹੈ ਕਿ ਆਪਣੀ ਐਸੈਟ ਨੂੰ ਕਿਸੇ ਬਹੁਤ ਹੀ ਰਿਸਕੀ ਪ੍ਰੋਜੈਕਟ ਵਿੱਚ ਇਨਵੈਸਟ ਕਰਨਾ ਠੀਕ ਹੈ ਐਂਡ expecting to get more profit from such a project ਫਿਰ ਇਹ ਵੀ ਆਸ ਕਰਨਾ ਕਿ ਸਾਨੂੰ ਉਸ ਪ੍ਰੋਜੈਕਟ ਵਿੱਚ ਜਿਹੜੇ ਬਹੁਤ ਹਾਈ ਰਿਸਕ ਤੇ ਅਸੀਂ ਇਹ ਅਮਾਉਂਟ ਲਾ ਰਹੇ ਆ ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਹੋਵੇ venture company give this facility to new businessman to start this business ਹੁਣ ਜਿਹੜਾ venture company ਹੈ ਠੀਕ ਹੈ venture capital company ਹੈ ਇਹ ਨਵੇਂ ਬਿਜ਼ਨਸਮੈਨ ਨੂੰ ਇਹ ਫੈਸਿਲਿਟੀ ਪ੍ਰੋਵਾਈਡ ਕਰਦੇ ਆ ਕਿ ਉਹ ਆਪਣਾ ਬਿਜ਼ਨਸ ਖੋਲਣ ਠੀਕ ਹੈ ਉਹਨਾਂ ਨੂੰ ਹੈਲਪ ਕਰਨਗੇ ਤੇ ਨਾਲ ਉਹਨਾਂ ਦੋਨਾਂ ਨੂੰ ਪ੍ਰੋਫਿਟ ਹੋਏਗਾ ਇਨ ਫੈਕਟ ਐਨੀ ਪਰਸਨ ਨੀਡ ਅ ਲੋਨ ਔਰ ਕ੍ਰੈਡਿਟ ਟੂ ਓਪਨ ਅ ਨਿਊ ਬਿਜ਼ਨਸ ਕਿਉਂਕਿ ਹਰ ਇਨਸਾਨ ਨੂੰ ਜਿੰਨੇ ਬਿਜ਼ਨਸ ਖੋਲਣਾ ਉਹਨੂੰ ਲੋਨ ਦੀ ਜਾਂ ਕ੍ਰੈਡਿਟ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ
and no finance company invest a new business thinking that it may or may not work, ਕਿਉਂਕਿ ਕੋਈ ਵੀ ਇਹ ਜਿਹੜੀ ਫਾਈਨੈਂਸ ਕੰਪਨੀ ਆ ਉਹ ਕਿਸੇ ਵੀ ਕੰਮ ਨੂੰ ਇਨਵੈਸਟ ਕਿਸੇ ਵੀ ਨਿਊ ਬਿਜ਼ਨਸ ਵਿੱਚ ਇਨਵੈਸਟ ਨਹੀਂ ਕਰਦੀ ਇਹ ਸੋਚ ਕੇ ਕਿ ਹੋ ਸਕਦਾ ਹੈ ਜਿਹੜਾ ਬਿਜ਼ਨਸ ਚੱਲੇ ਜਾਂ ਨਾ ਚੱਲੇ। To give a loan to such a person, they put a strict rules and regulation which are difficult to follow। ਜੇ ਕੋਈ ਕੰਪਨੀ ਰਾਜੀ ਵੀ ਹੋ ਜਾਂਦੀ ਹੈ ਅਜਿਹੇ ਬਿਜ਼ਨਸਮੈਨ ਨੂੰ ਆਪਣਾ ਬਿਜ਼ਨਸ ਮਤਲਬ ਸਟਾਰਟ ਕਰਨ ਵਾਸਤੇ, ਤਾਂ ਉਹਨਾਂ ਦੇ ਵਾਸਤੇ ਰੂਲ ਐਂਡ ਰੈਗੂਲੇਸ਼ਨ ਬਹੁਤ ਹੀ ਜ਼ਿਆਦਾ ਟਫ ਰੱਖ ਦਿੰਦੇ ਆ ਜਿਨ੍ਹਾਂ ਨੂੰ ਮੰਨਣਾ ਅਜਿਹੇ ਪਰਸਨ ਵਾਸਤੇ ਬਹੁਤ ਡਿਫਿਕਲਟ ਹੁੰਦਾ ਹੈ। ਠੀਕ ਹੈ, ਸੱਚ ਇਹ ਸਿਚੁਏਸ਼ਨ ਵੈਂਚਰ ਕੰਪਨੀਜ਼ ਹੈਲਪ such people to buy giving high risk amount and expect more profit from them। ਹੁਣ ਜਿਹੜੇ ਇਨ ਕੰਪਨੀਆਂ ਹੈ ਉਹ ਇਸ ਪੋਜੀਸ਼ਨ ਵਿੱਚ ਅਜਿਹੇ ਬੰਦਿਆਂ ਦੀ ਹੈਲਪ ਕਰਦੀਆਂ ਬਹੁਤ ਹਾਈ ਰਿਸਕ ਤੇ ਉਹ ਨਾਲ ਇਹ ਉਮੀਦ ਵੀ ਕਰਦੀਆਂ ਨੇ ਕਿ ਇਸ ਜਿਹੜਾ ਹੀ ਹਾਈ ਰਿਸਕ ਲਿਆ ਵਾ ਇਹਦੇ ਤੋਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਹੋਵੇ। ਆਲਥੋ ਦਾ ਕਨਸੈਪਟ ਆਫ ਵੈਂਚਰ ਕੈਪੀਟਲ ਕੰਪਨੀਜ਼ ਇਜ਼ ਵੈਰੀ ਓਲਡ। ਭਾਵੇਂ ਜਿਹੜਾ ਕਨਸੈਪਟ ਹੈਗਾ ਵੈਂਚਰ ਕੈਪੀਟਲ ਕੰਪਨੀ ਦਾ ਬੜਾ ਪੁਰਾਣਾ ਹੈ, ਬਟ ਡਿਊ ਟੂ ਦਾ ਲਿਬਰਲਾਈਜੇਸ਼ਨ ਪਾਲਿਸੀ ਆਫ ਗਵਰਨਮੈਂਟ its scope has become very wide। ਪਰ ਜਿਹੜਾ ਗਵਰਨਮੈਂਟ ਦੀ ਲਿਬਰਲਾਈਜੇਸ਼ਨ ਪਾਲਿਸੀ ਹੈ ਨਾ ਬੇਟਾ ਇਹਦੇ ਥਰੂ ਜਿਹੜਾ ਇਹਦਾ ਸਕੋਪ ਜਿਹੜਾ ਕਾਫੀ ਜ਼ਿਆਦਾ ਵਾਈਡ ਹੋ ਗਿਆ, ਕਾਫੀ ਜ਼ਿਆਦਾ ਵਿਸ਼ਾਲ ਹੋ ਗਿਆ। ਠੀਕ ਹੈ ਬੇਟਾ, ਇਸ ਤਰ੍ਹਾਂ ਸਾਡਾ ਜਿਹੜਾ ਇਹ ਹੈਗਾ ਟੌਪਿਕ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ 'ਚ ਹੀ ਅਗਲਾ ਟੌਪਿਕ ਲਵਾਂਗੇ। ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ। ਮਿਲਦੇ ਆ ਨੈਕਸਟ ਵੀਡੀਓ 'ਚ। ਟੇਕ ਕੇਅਰ।